ਬਹੁਤ ਸਾਰੀ ਸੀ ਮਾਨ ਸਾਹਿਬ ਨੇ ਸੋਚਿਆ ਵੀ ਜੇ ਕਿਸ ਨੂੰ ਇੱਕ ਨੂੰ ਟਿਕਟ ਦਿੰਦਾ ਤਾਂ ਦੂਜਾ ਰੁੱਸ ਜੂਗਾ, ਸਾਰੇ ਰੁੱਸੇ ਮਟਾਉਣ ਦੇ ਲਈ ਧੂਰੀ ਤੋਂ ਲੜੀ ਗਈ, ਕਿਤੇ ਇਹ ਤਾਂ ਨਹੀਂ ਕਰਨ ਬੰਦਾ। ਨਹੀਂ ਜੱਸੀ ਜੀ ਇਦਾਂ ਦਾ ਕੋਈ ਵੀਰ ਗੋਲਡੀ ਹੋਰਾਂ ਦੇ ਨਾਲ ਮੁਕਾਬਲਾ, ਜਿਨ੍ਹਾਂ ਨੇ ਕਿ ਬਹੁਤ ਸਾਰਾ ਕਹਿੰਦੇ ਆ ਕਿ ਅਸੀਂ ਕੰਮ ਬਹੁਤ ਸਾਰਾ ਕੀਤਾ ਗਾ, ਵਿਧਾਇਕ ਵੀ ਰਹੇ ਨੇਗੇ ਪਾਰਟੀ ਦੇ। ਤੁਹਾਨੂੰ ਕਿੱਦਾਂ ਲੱਗਦਾ ਗਾ ਕਿ ਮੁਕਾਬਲਾ ਮੰਨਦੇ ਹੋ? ਮੈਂ ਚਾਹੁੰਦਾ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀ ਅਸੀਂ ਹਲਕੇ 'ਚ ਵਿਕਾਸ ਕਰਤਾ, ਤੁਸੀਂ ਨੌਜਵਾਨਾਂ ਲਈ ਕਹੇ ਜਾ ਕਿਹੜਾ ਅੱਜ ਤੱਕ ਅਦਾਰਾ ਖੋਲ੍ਹਿਆ, ਤੇ ਤੁਸੀਂ ਆਖਿਆ ਵੀ ਧੂਰੀ ਤੇ ਉਹ ਤਾਂ ਕਹਿੰਦੇ ਅਸੀਂ ਪਿੰਡ ਨੂੰ 2 ਕਰੋੜ ਰੁਪਏ ਦਿੱਤਾ ਗਿਆ, ਵੀ ਸਾਡਾ ਵਿਰੋਧ ਕਿਉਂ ਹੋ ਰਿਹਾ? ਪਹਿਲੀ ਗੱਲ ਤਾਂ ਉਹ 2 ਕਰੋੜ ਵਾਲਾ ਵੀ ਝੂਠ ਬੋਲ ਰਹੇ ਨੇ। ਸਾਡੀ ਭੈਣ ਆ ਸਿਮਰਤ, ਉਹਨੇ ਬਹੁਤ ਵੱਡਾ ਝੂਠ ਬੋਲਿਆ। ਉਹਨਾਂ ਨੇ ਸਿਰਫ 45 ਲੱਖ ਬਣਾਏ ਨੇ। ਮੈਂ ਕਹਿੰਦਾ ਵੀ ਇੱਕ ਵੀ ਸਾਨੂੰ ਇੱਕ ਗਰਾਊਂਡ ਕਹਿੰਦੇ ਵੀ ਅਸੀਂ ਆਹ ਪੰਜਾਬ ਸਰਕਾਰ ਵੱਲੋਂ ਬਣਾਇਆ ਹੈ ਨਾ, ਉਹ ਜਿੰਨੇ ਗਰਾਊਂਡ ਬਣੇ ਨੇ ਕੇਂਦਰ ਸਰਕਾਰ ਦੀ ਗ੍ਰਾਂਟਾਂ ਨਾਲ ਬਣੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਜੱਸੀ ਬੜੈਚ। ਗੱਲ ਕਰੀਏ ਤਾਂ ਇਸ ਸਮੇਂ ਅਸੀਂ ਮੌਜੂਦ ਹਾਂ ਜੀ ਧੂਰੀ ਦੇ ਵਿੱਚ। ਧੂਰੀ ਦੀ ਗੱਲ ਕਰਦੀ ਹੈ, ਧੂਰੀ ਅੱਜ ਦੇ ਟਾਈਮ ਦੇ ਵਿੱਚ ਉਹ ਸ਼ਹਿਰ ਆ ਜਿਹੜਾ ਕਿ ਪੰਜਾਬ ਦੇ ਵਿੱਚ ਸੁਰਖੀਆਂ ਬਟੋਰਿਆ, ਕਿਉਂਕਿ ਧੂਰੀ ਨੂੰ ਹੌਟ ਸੀਟ ਕਿਹਾ ਜਾਂਦਾ। ਇੱਥੋਂ ਆਮ ਆਦਮੀ ਪਾਰਟੀ ਤੋਂ ਸੀਐਮ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਹੋਰੀ ਚੋਣ ਲੜ ਰਹੇ ਨੇ, ਦਲਵੀਰ ਗੋਲਡੀ ਹੋਰੀ ਨੇ, ਸੋ ਪ੍ਰਕਾਸ਼ ਚੰਦ ਗਰਗ ਜੀ ਨੇ। ਸੋ ਵਿਸ਼ੇਸ਼ ਤੌਰ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਰਹਿਣਗੇ ਬਾਈ ਪੁੰਨੂ ਕਾਤਰੋਂ ਜੀ। ਬਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਾਈ ਜੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਵਾਗਤ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ। ਉਹ ਬਾਈ ਕਿੱਦਾਂ, ਠੀਕ ਠਾਕ ਹੋ ਜੀ? ਹਾਂ ਜੀ ਹਾਂ, ਬਹੁਤ ਵਧੀਆ। ਅੱਛਾ, ਗੱਲ ਕਰੀ ਕਿ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਕਹਿੰਦੇ ਧੂਰੀ ਸ਼ਹਿਰ ਦੇ ਚਾਰੇ ਪਾਸੇ ਚਰਚੇ ਨੇ, ਹੌਟ ਸੀਟ ਵੀ ਕਿਹਾ ਜਾਂਦਾਗਾ। ਤੁਸੀਂ ਕਿਵੇਂ ਵੇਖਦੇ ਹੋ, ਹੌਟ ਸੀਟ ਹੈ ਜਾਂ ਕਿੱਦਾਂ? ਨਹੀਂ ਬਾਈ ਜੀ, ਅਸੀਂ ਤਾਂ ਮਾਨ ਸਾਹਿਬ ਦਾ ਮੁੱਢ ਤੋਂ ਇਤਿਹਾਸ ਰਿਹਾ 2014 ਤੋਂ 19 ਚ ਵੀ ਹੈ ਨਾ, ਵੀ ਤੇ ਮਾਨ ਸਾਹਿਬ ਨੂੰ ਲੋਕ ਪਿਆਰ ਹੀ ਇੰਨਾ ਕਰਦੇ ਨੇ। ਮੈਂ ਸੋਚਦਾ ਵੀ ਇੰਡੀਆ ਦੇ ਇਤਿਹਾਸ ਦੇ ਵਿੱਚ 2 ਲੀਡਰ ਨੂੰ ਲੋਕ ਇਮਾਨਦਾਰੀ ਨਾਲ ਦੇਖ ਰਹੇ ਨੇ, ਇੱਕ ਅਰਵਿੰਦ ਕੇਜਰੀਵਾਲ ਜੀ ਤੇ ਦੂਜੇ ਭਗਵੰਤ ਮਾਨ ਜੀ। ਮਾਨ ਸਾਹਿਬ ਦਾ ਧੂਰੀ ਹਲਕੇ ਦੇ ਵਿੱਚ ਕੋਈ ਮੁਕਾਬਲਾ ਨਹੀਂ ਹੈਗਾ ਕਿਸੇ ਨਾਲ। ਇੱਕ ਗੱਲ ਬੜੀ ਸੋਚਣ ਤੇ ਹੁੰਦੀ ਹੈ ਕਿ ਧੂਰੀ ਹੀ ਕਿਉਂ ਚੁਣਿਆ ਗਿਆ? ਧੂਰੀ ਦੇ ਵਿੱਚ ਬਹੁਤ ਸਾਰੇ ਆਗੂ ਸੀ, ਤੁਹਾਡਾ ਨਾਮ ਵੀ ਅੱਗੇ ਚੱਲ ਰਿਹਾ ਸੀਗਾ, ਬਹੁਤ ਸਾਰੇ ਆਗੂ ਸੀ, ਰਾਜਵੰਤ ਕੁੱਲੀ ਜੀ ਸੀਗੇ, ਸੋ ਹੋਰ ਵੀ ਕਈ ਆਗੂ ਸੀਗੇ ਜਿਨ੍ਹਾਂ ਨੂੰ ਟਿਕਟ ਦਿੱਤੀ ਜਾ ਸਕਦੀ ਸੀਗੀ। ਇਹ ਕੀ ਲੱਗਦਾ ਤੁਹਾਨੂੰ? ਧੂਰੀ ਹਲਕੇ ਦੇ ਨਾਲ ਮਾਨ ਸਾਹਿਬ ਦਾ ਬਹੁਤ ਜ਼ਿਆਦਾ ਪਿਆਰਾ। ਜਦੋਂ ਮਾਨ ਸਾਹਿਬ ਨੇ ਨਾ ਕਲਾਕਾਰੀ ਲਾਈਨ ਦੇ ਵਿੱਚ ਪਹਿਲਾ ਕਦਮ ਪਾਇਆ, ਉਦੋਂ ਪਹਿਲਾ ਸਟੇਜ ਸ਼ੋਅ ਕੀਤਾ, ਉਦੋਂ ਵਰਲਡਵਾਲ ਕਾਲਜ ਦੇ ਵਿੱਚ ਇਹਨਾਂ ਨੇ ਆ ਕੇ ਪਹਿਲਾ ਸ਼ੋਅ ਕੀਤਾ ਸੀਗਾ, ਜਿਹਦੇ ਵਿੱਚ ਇਹਨਾਂ ਨੇ ਫਸਟ ਪ੍ਰਾਈਜ਼ ਜਿੱਤਿਆ ਸੀਗਾ। ਉਸ ਤੋਂ ਬਾਅਦ 2014 ਦੇ ਵਿੱਚ ਜਦੋਂ ਮਾਨ ਸਾਹਿਬ ਨੇ ਚੋਣ ਲੜੀ ਤਾਂ ਵਰਲਡਵਾਲ ਕਾਲਜ ਦੇ ਵਿੱਚ ਹੀ ਉਹਨਾਂ ਵੋਟਾਂ ਦੀ ਗਿਣਤੀ ਹੋਈ ਤੇ ਮਾਨ ਸਾਹਿਬ ਨੂੰ ਜਿੱਤ ਹਾਸਲ ਦਵਾਈ ਗਈ। ਉਸ ਤੋਂ ਬਾਅਦ 2019 ਦੇ ਵਿੱਚ ਮਾਨ ਸਾਹਿਬ ਦੀ ਉਦੋਂ ਵੀ ਗਿਣਤੀ ਜਿਹੜੀ ਹੋਈ ਆ ਵਰਲਡਵਾਲ ਧੂਰੀ ਹਲਕੇ ਦੇ ਵਿੱਚ ਹੀ ਹੋਈ ਆ, ਤੇ ਧੂਰੀ ਹਲਕੇ ਦੇ ਲੋਕਾਂ ਵੱਲੋਂ ਮਾਨ ਸਾਹਿਬ ਨੂੰ ਦੋਹੇ ਵਾਰੀ 14 ਵਿੱਚ ਵੀ ਤੇ 19 ਵਿੱਚ ਵੀ ਤੇ ਮਾਨ ਸਾਹਿਬ ਨੂੰ ਬਹੁਤ ਰੱਜਮਾ ਪਿਆਰ ਦਿੱਤਾ ਗਿਆ। ਤੇ ਅਸੀਂ ਜਦੋਂ ਵੀ ਮਾਨ ਸਾਹਿਬ ਨੂੰ ਸਾਰੇ ਹਲਕੇ ਦੇ ਲੀਡਰ ਵੀ ਕੈਂਡੀਡੇਟ ਜਿਨ੍ਹਾਂ ਨੂੰ ਤੁਸੀਂ ਸਾਨੂੰ ਸਾਰਿਆਂ ਨੂੰ ਕਹਿ ਰਹੇ ਹੋ ਨਾ ਦਾਅਵੇਦਾਰ ਸੀ, ਅਸੀਂ ਸਾਰੇ ਮਾਨ ਸਾਹਿਬ ਨੂੰ ਬੇਨਤੀ ਕਰਦੇ ਸੀਗੇ ਵੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਧੂਰੀ ਤੋਂ ਆ ਕੇ ਚੋਣ ਲੜੋ, ਹੈ ਨਾ। ਤੇ ਮਾਨ ਸਾਹਿਬ ਨੇ ਸਾਡੀ ਤੇ ਸਾਰੇ ਧੂਰੀ ਹਲਕੇ ਦੀ ਫਰਿਆਦ ਸੁਣ ਕੇ ਫਿਰ ਉਹਨਾਂ ਨੇ ਆਖਿਆ ਵੀ ਧੂਰੀ ਤੋਂ ਚੋਣ ਲੜਨ ਦਾ ਮਨ ਬਣਾਇਆ। ਅੱਛਾ, ਕਿਤੇ ਇਹ ਕਾਰਨ ਤਾਂ ਨਹੀਂ ਬਣਦਾ ਕਿ ਵੀ ਤੁਸੀਂ ਆਗੂ ਬਹੁਤ ਸਾਰੇ ਸੀ, ਮਾਨ ਸਾਹਿਬ ਨੇ ਸੋਚਿਆ ਵੀ ਜੇ ਕਿਸ ਨੂੰ ਇੱਕ ਨੂੰ ਟਿਕਟ ਦਿੰਦਾ ਤਾਂ ਦੂਜਾ ਰੁੱਸ ਜੂਗਾ, ਸਾਰੇ ਰੁੱਸੇ ਮਟਾਉਣ ਦੇ ਲਈ ਧੂਰੀ ਤੋਂ ਲੜੀ ਗਈ, ਕਿਤੇ ਇਹ ਤਾਂ ਨਹੀਂ ਕਰਨ ਬਣਦਾ? ਨਹੀਂ ਜੱਸੀ ਜੀ ਇਦਾਂ ਦਾ ਕੋਈ ਨਹੀਂਗਾ। ਆਗੂ ਬਣਾਉਣ ਵਾਲੀ ਕੌਣ? ਆਗੂ ਬਣਾਉਣ ਵਾਲੀ ਪਾਰਟੀ ਆ। ਸਾਨੂੰ ਪਾਰਟੀ ਸਾਡੀ ਮਾਂ ਤੇ ਮਾਂ ਹਮੇਸ਼ਾ ਰਹੇਗੀ। ਮਾਂ ਨਾਲ ਪੁੱਤ ਕਦੇ ਨਹੀਂ ਰੁੱਸਦੇ ਹੁੰਦੇ, ਹੈ ਨਾ। ਤੇ ਪਾਰਟੀ ਹਰੇਕ ਹਲਕੇ ਦੇ ਵਿੱਚ ਹੀ ਆਗੂ ਹੁੰਦੇ ਨੇ, ਟਿਕਟ ਨੂੰ ਹੀ ਮਿਲਦੀ ਹੁੰਦੀ ਹੈ ਨਾ। ਅਸੀਂ ਪਾਰਟੀ ਦੀ ਕੋਈ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ ਸਾਰੇ ਜਿੰਨੇ ਵੀ ਹੈਗੇ ਆਗੂ ਸਾਹਿਬਾਨ, ਨਾ ਕਿ ਕੋਈ ਇਕੱਲੀਆਂ ਟਿਕਟਾਂ ਕਰਕੇ ਕੋਈ ਨਹੀਂ ਹੈਗਾ ਸਾਡੇ ਚੋਂ। ਅੱਛਾ, ਜਿਹੜਾ ਮੁਕਾਬਲਾ ਕਿਹਾ ਜਾਂਦਾ ਕਿ ਦਲਵੀਰ ਗੋਲਡੀ ਹੋਰਾਂ ਦੇ ਨਾਲ ਮੁਕਾਬਲਾ, ਜਿਨ੍ਹਾਂ ਨੇ ਕਿ ਬਹੁਤ ਸਾਰਾ ਕਹਿੰਦੇ ਆ ਕਿ ਅਸੀਂ ਕੰਮ ਬਹੁਤ ਸਾਰਾ ਕੀਤਾ ਗਾ, ਵਿਧਾਇਕ ਵੀ ਰਹੇ ਨੇਗੇ ਪਾਰਟੀ ਦੇ। ਤੁਹਾਨੂੰ ਕਿੱਦਾਂ ਲੱਗਦਾ ਗਾ ਕਿ ਮੁਕਾਬਲਾ ਮੰਨਦੇ ਹੋ? ਪਹਿਲਾਂ ਤਾਂ ਮੈਂ ਜੱਸੀ ਜੀ ਇਹ ਗੱਲ ਕਹਿਣਾ ਚਾਹੁੰਦਾ ਵੀ ਧੂਰੀ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਮੁਕਾਬਲਾ ਹੀ ਨਹੀਂ ਹੈਗਾ। ਇੱਕ ਵਾਰਡ ਦੇ ਵਿੱਚ ਵੀ ਮੈਂ ਮੁਕਾਬਲਾ ਨਹੀਂ ਮੰਨਦਾ। ਤੇ ਧੂਰੀ ਦੇ ਲੋਕਾਂ ਨੇ 2017 ਦੇ ਵਿੱਚ ਗੋਲਡੀ ਦੇ ਵਿਸ਼ਵਾਸ ਕੀਤਾ ਸੀ ਵੀ ਉਹ ਨੌਜਵਾਨ ਮੁੰਡਾ, ਹਲਕੇ ਦਾ ਮੁੰਡਾ ਹੈ ਨਾ, ਤੇ ਉਹਦੀ ਧਰਮ ਪਤਨੀ ਨੇ ਵੀ ਚਲੋ ਘਰ ਘਰ ਜਾ ਕੇ ਲੋਕਾਂ 'ਚ ਵਿਸ਼ਵਾਸ ਜਤਾਇਆ ਸੀਗਾ ਤੇ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਇਹਨਾਂ ਨੇ ਹਲਕੇ ਦੇ ਲਈ। ਤੇ ਪਰ ਉਸ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਉਤਰੇ। ਇਹ ਮੇਰੇ ਹੱਥ ਦੇ ਵਿੱਚ ਇੱਕ ਗੋਲਡੀ ਜੀ ਨੇ 2017 ਦੇ ਵਿੱਚ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਦਿਖਾ ਦਿਓ ਤੁਸੀਂ, ਹਲਕਾ ਧੂਰੀ ਦੇ ਲਈ, ਹੈ ਨਾ। ਤੇ ਉਹਦੇ ਵਿੱਚ ਇਹਨਾਂ ਨੇ ਪੂਰੇ 15 ਵਾਅਦੇ ਕਰੇ ਸੀ ਲੋਕਾਂ ਦੇ ਨਾਲ। 15 ਦੇ ਵਿੱਚੋਂ ਜੇ ਮੈਂ ਗੱਲ ਕਰਾਂ ਸਿਰਫ 3 ਵਾਅਦੇ ਨੇ, 3 ਵਾਅਦੇ ਜਿਹੜੇ ਵੀ ਉਹ ਵੀ ਅੱਧ ਪਚੱਧ ਪੂਰੇ ਹੋਏ ਨੇ, ਬਾਕੀ 13 ਵਾਅਦੇ ਇਹੋ ਜਿਹੇ ਨੇ ਵੀ ਬਿਲਕੁਲ ਜਿਹੜੇ ਪੂਰੇ ਨਹੀਂ ਹੋਏ। ਤੈਨੂੰ ਦੱਸ ਦਿਓ ਕਿਹੜੇ ਨੇ, ਹੈ ਨਾ।
ਤਿੰਨ, ਇੱਕ ਤਾਂ ਉਹਨਾਂ ਨੇ ਕੋਈ ਟੋਲ ਪਲਾਜ਼ੇ ਦੀ ਆਖੀ ਸੀ ਵੀ ਲੁੱਟ ਤੋਂ ਮੁਕਤ ਦਵਾਈ ਜਾਏਗੀ। ਮੁਕਤ ਦਾ ਮਤਲਬ ਲੋਕ ਇਹ ਸਮਝਦੇ ਸੀਗੇ ਵੀ ਖਾਨੀ ਟੋਲ ਪਲਾਜ਼ਾ ਬੰਦ ਕਰਵਾਇਆ ਜਾਏਗਾ, ਪਰ ਉਹ ਗੋਲਡੀ ਜੀ ਨੇ ਉਹ ਬਰਾਬਰ ਦੀ ਚਲੋ ਸੜਕ ਬਣਾਈ ਆ, ਹੈ ਨਾ, ਤੇ ਬਣਾ ਕੇ ਉਸ ਤੋਂ ਬਾਅਦ ਚਲੋ ਬਣਾ ਕੇ ਉਹ ਕਹਿੰਦੇ ਨੇ ਵੀ ਚੱਲ ਅਸੀਂ ਲੋਕਾਂ ਨੂੰ ਸਹੂਲਤ ਦੇਤੀ। ਪਰ ਇਹਦੇ ਨਾਲ ਨਾਲ ਲੋਕਾਂ ਨੂੰ ਇਹਨਾਂ ਨੇ ਇਹ ਵੀ ਗੱਲ ਆਖੀ ਸੀ ਵੀ ਅਸੀਂ ਬੇਰੁਜ਼ਗਾਰ ਨੌਜਵਾਨਾਂ ਲਈ, ਹੈ ਨਾ, ਇੱਕ ਇੱਦਾਂ ਦਾ ਅਦਾਰਾ ਖੋਲ੍ਹਿਆ ਜਾਏਗਾ ਜਿਹਦੇ ਨਾਲ ਨੌਜਵਾਨਾਂ ਨੂੰ ਕੋਈ ਕਿੱਤਾ ਮੁਖੀ ਕੋਰਸ ਦਿੱਤਾ ਜਾਏਗਾ। ਪਰ ਮੈਂ ਗੋਲਡੀ ਜੀ ਨੂੰ ਪੁੱਛਣਾ ਚਾਹੁੰਦਾ, ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀ ਅਸੀਂ ਹਲਕੇ 'ਚ ਵਿਕਾਸ ਕਰਤਾ, ਤੁਸੀਂ ਨੌਜਵਾਨਾਂ ਲਈ ਕਿਹੋ ਜਿਹਾ ਕਿਹੜਾ ਅੱਜ ਤੱਕ ਅਦਾਰਾ ਖੋਲ੍ਹਿਆ? ਫਿਰ ਤੁਸੀਂ ਆਖਿਆ ਵੀ ਧੂਰੀ ਸ਼ਹਿਰ ਦੇ ਲਈ ਅਸੀਂ ਇੱਕ ਸਟੇਡੀਅਮ ਬਣਾਵਾਂਗੇ। ਗੋਲਡੀ ਜੀ ਸਾਨੂੰ ਇਹ ਜਿਹਾ ਦੱਸ ਦਿਓ, ਇੱਕ ਵਾਰ ਦੱਸ ਦਿਓ ਵੀ ਕਿਹੜਾ ਸਟੇਡੀਅਮ ਹੈ ਜਿਹੜੇ ਧੂਰੀ ਸ਼ਹਿਰ ਲਈ ਤੁਸੀਂ ਬਣਾਇਆ। ਫਿਰ ਤੁਸੀਂ ਇੱਥੇ ਆ ਲਿਖਿਆ ਧੂਰੀ ਸ਼ਹਿਰ ਵਿੱਚ ਬੱਸ ਸਟੈਂਡ ਖੁੱਲ੍ਹੀ ਜਗ੍ਹਾ 'ਤੇ ਨਵਾਂ ਬਣਾਇਆ ਜਾਵੇਗਾ, ਹੈ ਨਾ, ਅਤੇ ਸਾਰੇ ਮੁੱਖ ਚੌਂਕ ਜਿੱਥੇ ਭਾਰੀ ਗਿਣਤੀ ਵਿੱਚ ਰੋਜ਼ਾਨਾ ਲੋਕ ਬੱਸ ਲੈਣ ਲਈ ਖੜ੍ਹਦੇ ਹਨ ਉਹਨਾਂ 'ਤੇ ਬੱਸ ਸ਼ੈੱਡ ਬਣਵਾਏ ਜਾਣਗੇ ਅਤੇ ਬਾਥਰੂਮ ਦਾ ਪ੍ਰਬੰਧ। ਮੈਂ ਗੋਲਡੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਹੜਾ ਖੁੱਲ੍ਹੀ ਜਗ੍ਹਾ 'ਤੇ ਬੱਸ ਸਟੈਂਡ ਬਣਾਤਾ, ਕਿਹੜਾ ਤੁਸੀਂ ਬੱਸ ਸਟੈਂਡ ਦੇ ਉੱਪਰ ਸ਼ੈੱਡ ਬਣਵਾਤਾ? ਕਿਉਂ ਇਹ ਇਹਨਾਂ ਨੇ ਸਿਰਫ ਦੂਜੀਆਂ ਸਰਕਾਰਾਂ ਵਾਂਗ, ਅਕਾਲੀ ਕਾਂਗਰਸੀਆਂ ਵਾਂਗ ਹੀ ਗੋਲਡੀ ਨੇ ਸਾਡੇ ਹਲਕੇ ਧੂਰੀ ਦੇ ਲੋਕਾਂ ਨੂੰ ਗੁੰਮਰਾਹ ਕੀਤਾ, ਲਾਰੇ ਲਾ ਕੇ ਆਪਣੀ ਸਰਕਾਰ ਬਣਾਈ ਆ ਇਹਨਾਂ ਨੇ ਲੋਕਾਂ ਨੂੰ। ਤੇ ਲੋਕ ਹੁਣ ਜਦੋਂ ਲੋਕਾਂ 'ਚ ਜਾਂਦੇ ਨੇ, ਇਹ ਹੁਣ ਪਿੱਛੇ ਜੇ ਬਾਲੀਆਂ ਪਿੰਡ ਗਏ ਸੀ, ਲੱਡੇ ਪਿੰਡ ਗਏ ਸੀਗੇ, ਉੱਥੇ ਕਿਸਾਨਾਂ ਨੇ ਇਹਨਾਂ ਨੂੰ ਘੇਰ ਕੇ ਸਵਾਲ ਕੀਤੇ। ਉਹ ਤਾਂ ਕਹਿੰਦੇ ਸੀ ਪਿੰਡ ਨੂੰ 2 ਕਰੋੜ ਰੁਪਏ ਦਿੱਤਾ ਗਿਆ, ਸਾਡਾ ਵਿਰੋਧ ਕਿਉਂ ਹੋ ਰਿਹਾ? ਪਹਿਲੀ ਗੱਲ ਤਾਂ ਉਹ 2 ਕਰੋੜ ਵਾਲਾ ਵੀ ਝੂਠ ਬੋਲ ਰਹੇ ਨੇ। ਸਾਡੀ ਭੈਣ ਆ ਸਿਮਰਤ, ਉਹਨੇ ਬਹੁਤ ਵੱਡਾ ਝੂਠ ਬੋਲਿਆ। ਉਹਨਾਂ ਨੇ ਸਿਰਫ 45 ਲੱਖ 87 ਕਰੋੜ ਜੋ RDF ਫੰਡ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਉਹ ਫੰਡ ਦਿੱਤਾ। ਬਾਕੀ ਜਿਹੜਾ ਪੈਸਾ ਆਪਣੇ ਜਿੰਨੇ ਵੀ ਪੈਸੇ ਗਏ ਨੇ ਉਸ ਪਿੰਡ ਨੂੰ, ਉਹ 14ਵੇਂ ਵਿੱਤ ਤੇ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਜੋ ਕਿ ਕੇਂਦਰ ਸਰਕਾਰ ਦਾ ਹੁੰਦਾ, ਉਹਦੇ ਵਿੱਚ ਤਾਂ ਕੋਈ ਗੋਲਡੀ ਦਾ ਕੋਈ ਲਾਗਾ ਦੇ ਕੇ ਨਹੀਂ ਹੈਗਾ। ਉਹ ਸਿਰਫ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਕੇ ਪਾਗਲ ਬਣਾ ਰਹੇ ਨੇ। ਉਹ ਵੱਡੇ ਵੱਡੇ ਹਿੱਕ ਤਾਣ ਕੇ ਕਹਿ ਰਹੇ ਨੇ ਅਸੀਂ ਵਿਕਾਸ ਕੀਤਾ। ਮੈਂ ਕਹਿੰਦਾ ਭੈਣ ਮੇਰੀਏ ਜਾਂ ਭਰਾ ਮੇਰਿਆ, ਤੂੰ ਦੱਸਦਾ ਦੇ ਆ ਤੇਰੇ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਸਾਨੂੰ ਦੱਸ ਦੇ ਕਿਹੜਾ ਪੂਰਾ ਕੀਤਾ ਯਾਰ ਤੁਸੀਂ। ਕਿਉਂ ਤੁਸੀਂ ਲੋਕਾਂ ਨੂੰ ਪਾਗਲ ਬਣਾ ਰਹੇ ਹੋ? ਤੁਸੀਂ ਘਰ ਘਰ ਨੌਕਰੀ ਦੇਣ ਦੀਆਂ ਗੱਲਾਂ ਕਰ ਰਹੇ ਸੀਗੇ, ਕਿਹੜੀ ਨੌਕਰੀ ਦਿੱਤੀ ਆ ਤੁਸੀਂ? ਤੁਸੀਂ ਘਰ ਘਰ ਨੌਕਰੀ ਦਾ ਛੱਡੋ, ਤੁਸੀਂ 5 ਘਰ ਛੱਡ ਕੇ ਵੀ ਨੌਕਰੀਆਂ ਨਹੀਂ ਦੇ ਸਕੇ, ਹੈ ਨਾ। ਬਿਲਕੁਲ, ਜਿੱਦਾਂ ਕਿ ਤੁਸੀਂ ਕਹਿ ਕੇ ਵਾਅਦਿਆਂ ਦੀ ਗੱਲ ਕੀਤੀ ਆ, ਟੋਲ ਟੈਕਸ ਦੀ ਗੱਲ ਕੀਤੀ, ਉਹ ਕਹਿੰਦੇ ਅਸੀਂ ਸੜਕ ਬਣਾਤੀ, ਅਸੀਂ ਵਾਅਦਾ ਪੂਰਾ ਕੀਤਾ, ਲੋਕ ਇਹ ਸੜਕ ਤੋਂ ਵੀ ਲੰਘੇ ਨੇ, ਤੁਸੀਂ ਵੀ ਅਸੀਂ ਵੀ ਜ਼ਰੂਰ ਲੰਘੇ ਹੋਵਾਂਗੇ। ਉਹ ਚੀਜ਼ ਨੂੰ ਕਿਵੇਂ ਵੇਖਦੇ ਹੋ? ਕਹਿੰਦੇ ਅਸੀਂ ਸੜਕ ਬਣਾਈ ਹੈਗੀ। ਇੱਕ ਵਾਰ ਸੜਕ ਬਣਾ ਕੇ ਮੁੜ ਕੇ ਉਹ ਸੜਕ ਦੀ ਜਾ ਕੇ ਜਾਤ ਨਹੀਂ ਪੁੱਛੀ। ਅੱਜ ਮੇਰੇ ਨਾਲ ਤੁਸੀਂ ਹੁਣੇ ਚੱਲ ਕੇ ਦੇਖ ਸਕਦੇ ਹੋ, ਉਸ ਸੜਕਾਂ ਦੇ ਉੱਤੇ ਵੱਡੇ ਵੱਡੇ, ਹੈ ਨਾ, ਟੋਏ ਪਏ ਨੇ। ਉੱਥੇ ਜਿਹੜੇ ਖੇਤਾਂ ਵਾਲੇ ਨੇ ਉਹ ਗਾਲਾਂ ਕੱਢ ਰਹੇ ਨੇ ਵੀ ਅਸੀਂ ਚੰਗੇ ਭਲੇ ਅੱਗੇ ਕੱਚੇ ਪੈਸੇ ਦੇ ਉੱਤੇ ਲੰਘ ਜਾਂਦੇ ਸੀਗੇ। ਸੜਕਾਂ ਬਣਾ ਕੇ ਵੱਡੇ ਵੱਡੇ ਟੋਏ ਪਾਤੇ ਜਿਹਦੇ ਵਿੱਚੋਂ ਸਾਡੇ ਬਲਦ ਰੇੜਾ ਵੀ ਨਹੀਂ ਸਾਡਾ ਅੱਜ ਕੱਲ੍ਹ ਲੰਘਣਾ ਮੁਸ਼ਕਲ ਹੋ ਰਿਹਾ। ਮੈਂ ਚਾਹੁੰਦਾ ਇਹਦੇ ਨਾਲੋਂ ਤਾਂ ਸੜਕ ਨਾ ਬਣਾਉਂਦਾ ਤਾਂ ਠੀਕ ਸੀਗਾ। ਜਿਹੜੇ ਕੱਚੇ ਰਸਤੇ ਉੱਤੋਂ ਦੀ ਲੋਕ ਲੰਘੀ ਤਾਂ ਜਾਂਦੇ ਸੀਗੇ, ਕਿਉਂ ਲੋਕਾਂ ਨੂੰ ਪਾਗਲ ਬਣਾਇਆ ਤੁਸੀਂ? ਇੱਕ ਸੜਕ ਦਾ ਬਣਾ ਕੇ ਅੱਧਾ ਕਿਲੋਮੀਟਰ ਸੜਕ ਦਾ ਟੋਟਾ। ਤੁਹਾਨੂੰ ਲੱਗਦਾ ਵੀ ਲੋਕ ਉਹ ਚੀਜ਼ ਤੇ ਵਿਸ਼ਵਾਸ ਕਰਨਗੇ ਵੀ ਹਾਂ ਇਹ ਕਿਉਂਕਿ ਉਹਨਾਂ ਦਾ ਮੇਨ ਏਜੰਡਾ ਉਹਨਾਂ ਨੇ ਰੱਖਣਾ ਗਾ ਕਿ ਅਸੀਂ ਟੋਲ ਟੈਕਸ ਤੋਂ ਸੜਕ ਬਣਾਈ, ਅਸੀਂ ਗਰਾਊਂਡ ਵੀ ਬਣਾਏ। ਉਹ ਇਹ ਵੀ ਚੀਜ਼ ਤੇ ਵਾਰ-ਵਾਰ ਕਹਿ ਰਹੇ ਨੇ ਕਿ ਗਰਾਊਂਡ ਬਣਾਤੇ, ਪੱਕੀਆਂ ਸੜਕਾਂ ਬਣਾਤੀਆਂ। ਮੈਂ ਕਹਿੰਦਾ ਬਾਈ ਜੀ, ਉਹਨਾਂ ਨੇ ਉਹ ਲੋਕਾਂ 'ਚ ਹਿੱਕ ਤਾਣ ਕੇ ਕਹਿੰਦਾ ਗੋਲਡੀ ਜੀ ਵੀ ਮੈਂ 56 ਪਿੰਡਾਂ ਦੇ ਵਿੱਚ ਗਰਾਊਂਡ ਬਣਾਤੇ। ਅਸੀਂ RTI ਪਾ ਕੇ ਕੱਲਾ ਰਿਕਾਰਡ ਸਾਡੇ ਕੋਲੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਦੱਸਾਂਗੇ। ਇਹਨਾਂ ਨੇ ਸਿਰਫ ਇੱਕ ਵੀ ਗਰਾਊਂਡ ਨਹੀਂ ਬਣਾਇਆ। 15 ਗਰਾਊਂਡ ਜਿਹੜੇ ਬਣੇ ਨੇ ਉਹ 15ਵੇਂ ਵਿੱਤ ਕਮਿਸ਼ਨ 'ਚੋਂ ਬਣੇ ਨੇ। ਬਾਕੀ ਜਿੰਨੇ ਵੀ ਗਰਾਊਂਡ ਬਣੇ ਨੇ 40 ਦੇ ਕਰੀਬ ਜਿਹੜੇ ਗਰਾਊਂਡ ਬਣੇ ਨੇ ਉਹ ਨਰੇਗਾ ਦੇ ਵਿੱਚੋਂ ਗਰਾਊਂਡ ਬਣੇ ਹੋਏ ਨੇ। ਇਹ ਲੋਕਾਂ ਨੂੰ ਝੂਠ ਬੋਲ ਰਿਹਾ, ਹੈ ਨਾ, ਪਾਗਲ ਬਣਾ ਕੇ ਕਹਿ ਰਿਹਾ ਵੀ ਖਾਣੀ ਮੈਂ ਬਣਾਏ ਨੇ। ਮੈਂ ਕਹਿੰਦਾ ਵੀ ਇੱਕ ਵੀ ਸਾਨੂੰ ਇੱਕ ਗਰਾਊਂਡ ਕਹਦੇ ਵੀ ਅਸੀਂ ਆਹ ਪੰਜਾਬ ਸਰਕਾਰ ਵੱਲੋਂ ਬਣਾਇਆ, ਹੈ ਨਾ। ਉਹ ਜਿੰਨੇ ਗਰਾਊਂਡ ਬਣੇ ਨੇ ਕੇਂਦਰ ਸਰਕਾਰ ਦੀ ਗਰੰਟਾਂ ਨਾਲ ਬਣੇ ਨੇ। ਇਹ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਲੋਕਾਂ ਨੂੰ। ਬਿਲਕੁਲ, ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਦੀਆਂ ਗਰੰਟਾਂ ਨਾਲ ਗਰਾਊਂਡ ਬਣੇ ਆ, ਤਾਂ ਉਹ ਕਹਿ ਰਹੇ ਭਗਵੰਤ ਮਾਨ ਤਾਂ ਕਹਿੰਦੇ ਕਦੇ ਪਿੰਡਾਂ 'ਚ ਨਹੀਂ ਆਏ, ਜੇ ਬਣੇ ਤਾਂ ਪਿੰਡਾਂ ਦੇ ਵਿੱਚ ਆਉਂਦੇ ਲੋਕਾਂ ਨੂੰ ਕਰਦੇ। ਤੁਸੀਂ ਇਹ ਕਿਨੂੰ? ਭਗਵੰਤ ਮਾਨ ਜੀ ਲੋਕਾਂ ਨੇ ਵੋਟਾਂ ਪਾ ਕੇ ਲੋਕ ਸਭਾ ਦੇ ਵਿੱਚ ਮੁੱਦੇ ਚੱਕਣ ਲਈ ਬਣਾਇਆ। ਜੇ ਮੈਂ ਗੱਲ ਕਰਾਂ ਕਾਲੇ ਕਾਨੂੰਨਾਂ ਦੀ, ਕਾਲੇ ਕਾਨੂੰਨਾਂ ਦੇ ਵਿੱਚ ਜਦੋਂ ਆਲ ਪਾਰਟੀ ਦੀ ਮੀਟਿੰਗ ਸੀਗੀ, ਸੁਖਬੀਰ ਬਾਦਲ ਜਿੱਥੇ ਹਿੱਕ ਤਾਣ ਕੇ ਕਹਿੰਦਾ ਸੀ ਵੀ ਪੰਜਾਬ ਦੇ ਲਈ ਬਹੁਤ ਜ਼ਿਆਦਾ ਵਧੀਆ ਕਾਨੂੰਨ ਬਣੇ ਨੇ, ਹੈ ਨਾ। ਕੈਪਟਨ ਕਹਿ ਰਿਹਾ ਸੀਗਾ ਵੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਹੁਤ ਵਧੀਆ ਗਿਫਟ ਦਿੱਤਾ, ਤਾਂ ਉੱਥੇ ਇੱਕੋ ਇੱਕ ਸ਼ਖਸ ਸੀਗੇ ਭਗਵੰਤ ਮਾਨ ਨੇ ਪਹਿਲੀ ਵਾਰ ਮੁੱਦਾ ਚੱਕਿਆ ਸੀ ਆਲ ਪਾਰਟੀ ਮੀਟਿੰਗ ਦੇ ਵਿੱਚ
ਉਹਦੀ ਅੱਜ ਵੀ ਸਾਰੀ ਦੀ ਸਾਰੀ ਕਵਰੇਜ YouTube ਦੇ ਉੱਪਰ ਪਈ ਆ, ਕੱਢ ਕੇ ਦੇਖ ਸਕਦਾ ਕੋਈ ਵੀ ਸੱਜਣ ਮੇਰਾ, ਹੈ ਨਾ। ਉਹਦੇ ਵਿੱਚ ਮਾਨ ਸਾਹਿਬ ਨੇ ਆਖਿਆ ਸੀ ਵੀ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਇਹ ਸਾਡੇ ਪੰਜਾਬ ਨੂੰ ਖਾ ਜਾਣਗੇ, ਘੁਣਵਾਂਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਾ 2-3 ਸਾਲਾਂ ਬਾਅਦ ਇਹ ਜਿੱਡੇ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਇਹ ਸਾਡੀਆਂ ਜ਼ਮੀਨਾਂ ਦੇ ਕਬਜ਼ੇ ਕਰ ਜਾਣਗੇ। ਮਾਨ ਸਾਹਿਬ ਨੇ ਮੁੱਦਾ ਚੱਕਿਆ, ਉਸ ਤੋਂ ਬਾਅਦ ਕਿਸਾਨ ਯੂਨੀਅਨਾਂ ਜਾਗਰੂਕ ਹੋ ਕੇ ਫਿਰ ਉਸ ਤੋਂ ਬਾਅਦ ਧਰਨੇ ਲਾਉਣ ਲੱਗੀਆਂ। ਫਿਰ ਮਾਨ ਸਾਹਿਬ ਨੇ, ਮੈਂ ਕਹਿੰਦਾ ਵੀ ਕਿਹੜਾ ਉਹ ਮੁੱਦਾ, ਚਾਹੇ ਬੇਰੁਜ਼ਗਾਰੀ ਦੀ ਗੱਲ ਆ, ਚਾਹੇ ਵਪਾਰੀਆਂ ਦੀ ਗੱਲ ਆ, ਚਾਹੇ ਕਿਸਾਨ ਵੀਰਾਂ ਦੀ ਗੱਲ ਆ, ਨਾ ਕਿਹੜੇ ਮੁੱਦੇ ਨੇ ਜਿਹੜੇ ਮਾਨ ਸਾਹਿਬ ਨੇ ਨਹੀਂ ਚੱਕੇ। ਜੇ ਨਰੇਗਾ ਦੀ ਦਿਹਾੜੀ ਦੇ ਵਿੱਚ ਹੁਣ ਵਾਧਾ ਹੋਇਆ ਤਾਂ ਸਭ ਤੋਂ ਪਹਿਲਾ ਮੁੱਦਾ ਉਹ ਮਾਨ ਸਾਹਿਬ ਨੇ ਚੱਕਿਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉੱਤੇ ਅੱਜ ਤੱਕ ਕਦੇ ਵੀ ਅਸੈਂਬਲੀ ਦੇ ਵਿੱਚ ਛੁੱਟੀ ਨਹੀਂ ਹੋਈ ਸੀਗੀ। ਉਹ ਸਭ ਤੋਂ ਪਹਿਲਾ ਮੁੱਦਾ ਮਾਨ ਸਾਹਿਬ ਨੇ ਚੱਕਿਆ ਵੀ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉੱਤੇ ਉੱਥੇ ਉਹਨਾਂ ਨੇ 2 ਘੰਟਿਆਂ ਲਈ ਅਸੈਂਬਲੀ ਬੰਦ ਵੀ ਰੱਖੀ ਤੇ ਉਸ ਤੋਂ ਬਾਅਦ ਸ਼ਰਧਾਂਜਲੀ ਵੀ ਦਿੱਤੀ। ਅੱਜ ਤੱਕ ਸ਼ਰਧਾਂਜਲੀ ਨਹੀਂ ਦਵਾ ਸਕੇ ਅਕਾਲੀ ਕਾਂਗਰਸੀ। ਹਾਂ, ਜਿੱਦਾਂ ਗੱਲ ਤੁਸੀਂ ਕਾਲੇ ਕਾਨੂੰਨਾਂ ਦੀ ਗੱਲ ਕੀਤੀ, ਉਹ ਕਹਿੰਦੇ ਅਸੀਂ ਤੁਰ ਕੇ ਦਿੱਲੀ ਤੱਕ ਗਏ, ਅਸੀਂ ਕਿਸਾਨਾਂ ਨਾਲ ਬੈਠੇ ਹਾਂ, ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਅਸੀਂ ਘਰ ਘਰ ਗਏ ਹਾਂ, ਲੋਕਾਂ ਦੇ ਨਾਲ ਖੜੇ ਹਾਂ, ਤੁਰ ਕੇ ਵੀ ਦਿੱਲੀ ਤੱਕ ਗਏ, ਕਹਿੰਦੇ ਤੁਰ ਕੇ ਦਿੱਲੀ ਬਾਈ ਜੀ। ਇੱਕ ਪਾਸੇ ਦਾ ਜਦੋਂ ਲੱਡੇ ਕਿਸਾਨਾਂ ਨੇ ਘੇਰੀ ਇਹਦੀ ਧਰਮ ਪਤਨੀ, ਉਦੋਂ ਤਾਂ ਉਹ ਕਹਿ ਰਹੇ ਨੇ ਵੀ ਕਿਸਾਨ ਗਲਤ ਅਨਸਰ ਨੇ। ਉਹਨਾਂ ਕਿਸਾਨਾਂ ਨੂੰ ਉਹ ਗਲਤ ਅਨਸਰ ਕਹਿ ਰਹੇ ਨੇ ਜਿਨ੍ਹਾਂ ਤੋਂ ਵੋਟਾਂ ਪਵਾਈਆਂ ਨੇ। ਵੋਟਾਂ ਵੇਲੇ ਤਾਂ ਤੁਸੀਂ ਉਹਨਾਂ ਨੂੰ ਤਾਏ ਚਾਚੇ, ਹੈ ਨਾ, ਭੈਣ ਭਰਾ ਕਹਿ ਰਹੇ ਹੋ। ਜਦੋਂ ਤੁਹਾਨੂੰ ਉਹਨਾਂ ਨੇ ਸਵਾਲ ਪੁੱਛਣ ਲੱਗੇ ਫਿਰ ਤੁਸੀਂ ਗਲਤ ਅਨਸਰ ਕਹਿਣ ਲੱਗੇ। ਗੋਲਡੀ ਜੀ ਨੂੰ ਉਸ ਟਾਈਮ ਤੁਰ ਕੇ ਤਾਂ ਜਾਣ ਲਈ ਮਜਬੂਰ ਹੋ ਗਏ ਕਿਉਂਕਿ ਗੋਲਡੀ ਜੀ ਨੂੰ ਲੱਗਿਆ ਵੀ ਨਵਜੋਤ ਸਿੱਧੂ ਜੀ ਪ੍ਰਧਾਨ ਬਣ ਗਏ ਪੰਜਾਬ ਦੇ, ਹੋ ਸਕਦਾ ਵੀ ਉਹ ਧਰਮੰਤ ਦੇ ਬੇਟੇ ਸਮਿਤ ਨੂੰ ਕਦੇ ਧੂਰੀ ਤੋਂ ਟਿਕਟ ਨਾ ਦੇ ਦੇਣ, ਵੀ ਜੇ ਧੂਰੀ ਤੋਂ ਕਦੇ ਉਹਨਾਂ ਨੂੰ ਟਿਕਟ ਦੇਤੀ ਕਦੇ ਮੈਨੂੰ ਆਜ਼ਾਦ ਨਾਲ ਲੜਨਾ ਪੈ ਜੇ। ਫਿਰ ਉਸ ਤੋਂ ਬਾਅਦ ਉਹ ਕਿਸਾਨਾਂ ਦਾ ਆਸਰਾ ਲੈਣ ਲੱਗੇ। ਪਰ ਕਿਸਾਨ ਸਾਡੇ ਵੀਰ ਧੂਰੀ ਹਲਕੇ ਦੇ ਲੋਕ ਭਲੀ ਭਾਂਤ ਜਾਣਦੇ ਨੇ, ਹੈ ਨਾ, ਵੀ ਗੋਲਡੀ ਜੀ ਨੇ ਜੇ ਵਿਕਾਸ ਕੀਤਾ ਤਾਂ ਸਿਰਫ ਆਪਣਾ ਵਿਕਾਸ ਕੀਤਾ, ਨਾ ਕਿ ਹਲਕੇ ਦਾ ਵਿਕਾਸ ਕੀਤਾ। ਮੈਂ ਸਮਝਦਾ ਵੀ ਉਹਨਾਂ ਨੇ ਪਿੰਡਾਂ ਦੇ ਵਿੱਚ ਇਕੱਲੀਆਂ ਇੰਟਰਲੋਕਾਂ ਲਾਈਆਂ ਨੇ, ਇੰਟਰਲੋਕ ਲਾ ਕੇ ਗਲੀਆਂ ਉੱਚੀਆਂ ਕਰਤੀਆਂ, ਘਰ ਨੀਵੇਂ ਹੋ ਗਏ। ਇਹ ਤੋਂ ਬਾਅਦ ਘਰ ਉੱਚੇ ਚੱਕਾਂਗੇ ਅਸੀਂ ਗਲੀਆਂ ਨੀਵੀਆਂ ਹੋ ਜਾਣਗੀਆਂ। 70 ਸਾਲ ਤਾਂ ਇਹੀ ਕੁਛ ਤਾਂ ਚੱਲਦਾ ਰਿਹਾ ਸਾਡਾ, ਹੈ ਨਾ। ਕਿਹੜੇ ਪਿੰਡਾਂ ਦੇ ਵਿੱਚ ਉਹਨਾਂ ਨੇ ਸੀਵਰੇਜ ਪਵਾ ਕੇ, ਹੈ ਨਾ, ਪਿੰਡਾਂ ਦੇ ਵਿੱਚ ਸੁਧਾਰ ਕੀਤੇ ਨੇ? ਕਿਹੜੇ ਪਿੰਡ ਦੇ ਵਿੱਚ ਉਹਨਾਂ ਨੇ ਪਾਣੀਆਂ ਵਾਲੇ ਪਲਾਟ ਲਾ ਕੇ ਵੀ ਪਾਣੀ ਸ਼ੁੱਧ ਕਰਕੇ ਅਸੀਂ ਖੇਤਾਂ ਨੂੰ ਦਈਏ? ਕਿਹੜਾ ਸਾਡੇ ਮੂਲਵਾਲ ITI ਆ ਰਹੀ ਸੀਗੀ, ਗੋਲਡੀ ਜੀ ਨੇ 1% ਉਪਰਾਲਾ ਨਹੀਂ ਕੀਤਾ ਵੀ ਉਹ ITI ਇੱਥੇ ਬਣ ਗਈ, ਹੈ ਨਾ। ਉਹਨਾਂ ਦੇ ਨਾਂ ਉਪਰਾਲਾ ਕਰਨ ਕਰਕੇ ਉਹ ਮੂਲਵਾਲ ITI ਆਉਂਦੀ ਉਹ ਵਾਪਸ ਚਲੀ ਗਈ ਸਾਡੀ, ਹੈ ਨਾ। ਈਸਾਪੁਰ ਲੰਡੇ ਦੇ ਵਿੱਚ ਜਦੋਂ ਅਸੀਂ ਗਏ ਮਨਪ੍ਰੀਤ ਭੈਣ ਦੇ ਨਾਲ, ਭਗਵੰਤ ਮਾਨ ਜੀ ਦੀ ਭੈਣ ਨਾਲ, ਉੱਥੋਂ ਕਾਂਗਰਸੀਆਂ ਨੇ ਆਖਿਆ, ਕਹਿੰਦੇ ਬਾਈ ਜੀ ਅੱਜ ਤੋਂ ਬਾਅਦ ਅਸੀਂ ਗੋਲਡੀ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਲੱਗਿਆ। ਮੈਂ ਕਾਰਨ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਜੀ ਕਾਰਨ ਇੱਕੋ ਹੀ ਆ ਵੀ ਗੋਲਡੀ ਸਾਡੇ ਸੱਥ ਦੇ ਵਿੱਚ ਖੜ ਕੇ ਵਾਅਦਾ ਕਰਕੇ ਗਿਆ ਸੀਗਾ ਵੀ ਤੁਹਾਡੇ ਸਕੂਲ ਨੂੰ ਅਪਗ੍ਰੇਡ ਕਰਾਂਗੇ। ਕਹਿੰਦੇ ਉੱਪਰੋਂ ਸਾਡਾ ਸਕੂਲ ਅਪਗ੍ਰੇਡ ਵੀ ਹੋਣ ਵਾਲਾ ਸੀ, ਪਰ ਗੋਲਡੀ ਨੇ ਜਾਣ ਬੁੱਝ ਕੇ ਸਾਡਾ ਸਕੂਲ ਅਪਗ੍ਰੇਡ ਨਹੀਂ ਕਰਾਇਆ, ਇੱਥੋਂ ਸਾਡਾ ਸਕੂਲ ਕੈਂਸਲ ਕਰਵਾਇਆ। ਉਸ ਪਿੰਡ ਦੇ ਲੋਕ ਇਹ ਗੱਲ ਕਹਿ ਰਹੇ ਨੇ ਤੇ ਇਹ ਕਹੀ ਜਾਂਦੇ ਨੇ ਸਾਨੂੰ ਅਸੀਂ ਵਿਕਾਸ ਕੀਤਾ। ਮੈਂ ਸੋਚਦਾ ਵੀ ਇਹਨਾਂ ਨੇ ਵਿਕਾਸ ਕਿੱਥੋਂ ਕਰਤਾ, ਹੈ ਨਾ। ਇਹਨਾਂ ਦੇ ਤਾਂ ਘਰੇ ਮਿਸਤਰੀ ਲੱਗੇ ਹੋਏ ਨੇ, ਕਿੱਥੋਂ ਘਰ ਕਿੱਥੇ ਪਹੁੰਚ ਗਏ, ਜ਼ਮੀਨਾਂ ਦੇ ਵਿੱਚ ਵਾਧੇ ਹੋਏ ਨੇ, ਹੈ ਨਾ। ਵਿਕਾਸ ਇਹਨਾਂ ਦੇ ਹੋਏ ਨੇ, ਸਾਡੇ ਲੋਕਾਂ ਦਾ ਕੋਈ ਵਿਕਾਸ ਨਹੀਂ ਹੋਇਆ। ਵਿਕਾਸ ਦੱਸ ਦਿਓ ਵੀ ਕਿਵੇਂ ਹੋਏ ਨੇਗੇ ਜਾਂ ਉਹ ਲੋਕਾਂ ਨੂੰ ਸਾਰਾ ਪਤਾ ਵੀ ਕਿਹੜੀਆਂ ਇੰਟਰਲੋਕ ਦੀਆਂ ਫੈਕਟਰੀਆਂ ਲਾਈਆਂ ਨੇ, ਸ਼ਰਾਬ ਦੇ ਠੇਕਿਆਂ ਦੇ ਵਿੱਚ ਕਿਹਦੇ ਹਿੱਸੇ ਨੇ, ਉਹ ਲੋਕ ਸਾਰਾ ਭਲੀ ਭਾਂਤ ਜਾਣਦੇ ਨੇ ਜੀ। ਤੁਸੀਂ ਮਤਲਬ ਕਿੱਦਾਂ ਤੁਹਾਨੂੰ ਲੱਗਦਾ ਕਿ ਧੂਰੀ ਦੇ ਵਿੱਚ ਕਿਹੜੇ ਇਦਾਂ ਦੇ ਮੁੱਖ ਏਜੰਡੇ ਨੇ ਜਾਂ ਮੁੱਖ ਕੰਮ ਨੇ ਜਿਹੜੇ ਹੋਣ ਵਾਲੇ ਨੇ, ਜਿਹੜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਹੋਰੀ ਆਉਣਗੇ ਤਾਂ ਉਹ ਕੰਮ ਕਰਨਗੇ, ਉਹਨਾਂ ਦੀ ਸਰਕਾਰ ਉਹ ਤਾਂ ਕੰਮ ਕਰੂ, ਕੀ ਲੱਗਦਾ? ਧੂਰੀ ਦੇ ਵਿੱਚ ਬਾਈ ਜੀ ਇੱਕ ਤਾਂ ਇਹਨਾਂ ਨੇ ਨਾ ਜਿਹੜੇ ਹਰੇਕ ਪਿੰਡ ਨੇ ਉਹ ਗਰੁੱਪਾਂ ਦੇ ਵਿੱਚ, ਧੜਿਆਂ ਦੇ ਵਿੱਚ ਵੰਡੇ ਹੋਏ ਨੇ। ਮਾਨ ਸਾਹਿਬ ਇੱਕੋ ਹੀ ਗੱਲ ਕਹਿੰਦੇ ਹੁੰਦੇ ਨੇ, ਉਹਨਾਂ ਦੀ ਭੈਣ ਜਾਂਦੇ ਨੇ ਜਾਂ ਕੋਈ ਪਰਿਵਾਰ ਚੋਂ ਅਸੀਂ ਜਿੰਨੇ ਲੀਡਰ ਜਾਂਦੇ ਆ ਨਾ, ਵੀ ਯਾਰ ਵੋਟ ਜਿਹਨੂੰ ਵੀ ਪਾਉਣੀ ਆ ਉਹਨੂੰ ਗੁਪਤ ਤੌਰ ਤੇ ਪਾਉਣੀ ਆ ਤੁਸੀਂ, ਵੀ ਪਿੰਡਾਂ ਦੇ ਵਿੱਚ ਆਪਾਂ ਧੜੇਬੰਦੀਆਂ ਨਾ ਬਣਾਓ। ਲੀਡਰ ਬਾਅਦ ਦੇ ਵਿੱਚ ਆਪ ਇੱਕ ਹੋ ਜਾਂਦੇ ਨਹੀਂ, ਆਪਾਂ ਸਾਰੇ ਇੱਕ ਮੁੱਠ ਰਹੀਏ, ਪਿੰਡਾਂ 'ਚ ਧੜੇਬੰਦੀਆਂ ਨਾ ਬਣਾਈਏ ਨਾ। ਤੇ ਜੇ ਗੱਲ ਕਰਾਂ ਮੈਂ ਪਿੰਡਾਂ ਦੇ ਵਿੱਚ, ਹੈ ਨਾ, ਇੱਕ ਤਾਂ ਸਾਡੇ ਇੱਥੇ ਬੇਰੁਜ਼ਗਾਰੀ ਬਹੁਤ ਹੋਈ ਹੈ ਧੂਰੀ ਹਲਕੇ ਦੇ ਵਿੱਚ। ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੀਆਂ ਵੀ ਹੁਣ ਤੱਕ ਇੱਥੇ ਪ੍ਰਾਈਵੇਟ ਫੈਕਟਰੀਆਂ ਲੱਗੀਆਂ ਹੋਈਆਂ ਨੇ ਉਹਦੇ ਵਿੱਚ 90%
ਹਨਾ ਅਸੀਂ ਪੰਜਾਬੀ ਨੌਜਵਾਨਾਂ ਨੂੰ ਨੌਕਰੀ ਦਿਵਾਵਾਂਗੇ ਤੇ ਹੋਰ ਵੀ ਬਾਹਰੋਂ ਵੱਡੇ ਵੱਡੇ ਕੋਈ ਪ੍ਰੋਜੈਕਟ ਲਿਆ ਕੇ ਧੂਰੀ ਹਲਕੇ ਦੇ ਵਿੱਚ ਸਥਾਪਿਤ ਕਰਾਂਗੇ, ਜਿਹਦੇ ਨਾਲ ਬੇਰੁਜ਼ਗਾਰੀ ਨੂੰ ਠੱਲ ਪਾਈ ਜਾਵੇ। ਜੇ ਬੇਰੁਜ਼ਗਾਰੀ ਨੂੰ ਠੱਲ ਪਵੇਗੀ ਤਾਂ ਮੈਨੂੰ ਲੱਗਦਾ ਵੀ ਨਸ਼ਿਆਂ ਨੂੰ ਵੀ ਬਹੁਤ ਵੱਡੀ ਠੱਲ ਪਏਗੀ, ਕਿਉਂਕਿ ਸਾਡੇ ਨੌਜਵਾਨ ਨਸ਼ਿਆਂ ਦੇ ਤਾਂ ਲੱਗਦੇ ਨੇ ਵੀ ਉਹ MA BA ਲੱਖਾਂ ਰੁਪਈਆ ਲਾ ਕੇ ਪੜ੍ਹਾਈਆਂ ਕਰਦੇ ਨੇ, ਤੇ ਪੜ੍ਹਾਈਆਂ ਕਰਨ ਤੋਂ ਬਾਅਦ ਜਦੋਂ ਨੌਕਰੀਆਂ ਨਹੀਂ ਮਿਲਦੀਆਂ ਤਾਂ ਐਂਡ ਤੇ ਫਿਰ ਉਹ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇ, ਤੇ 2 ਮਹੀਨੇ 4 ਮਹੀਨੇ ਜਦੋਂ ਟੀਕੇ ਲਾਉਂਦੇ ਤਾਂ ਇੱਕ ਨਾ ਇੱਕ ਦਿਨ ਅਖਬਾਰ ਦੀ ਖਬਰ ਬਣ ਕੇ ਰਹਿ ਜਾਂਦੇ ਨੇ ਉਹ, ਹੈ ਨਾ। ਤੇ ਉਦੋਂ ਬਾਅਦ ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਇੱਥੇ ਅੱਜ ਤੱਕ ਕਦੇ ਵੀ ਕੋਈ ਡਾਕਟਰ ਮੁਹੱਈਆ ਨਹੀਂ ਹੋਇਆ, ਸਾਰੇ ਦੇ ਸਾਰੇ ਡਾਕਟਰ ਨਹੀਂ ਆਏ ਇੱਥੇ। 20 ਤੋਂ 25 ਦੇ ਕਰੀਬ ਸਾਡੇ ਡਾਕਟਰ ਦੀ ਜਿਹੜੀਆਂ ਡਿਊਟੀਆਂ ਨੇ, ਪਰ ਉਹਦੇ ਵਿੱਚੋਂ ਮੈਨੂੰ ਲੱਗਦਾ ਵੀ 8-10 ਡਾਕਟਰ ਹੀ ਸੀਮਤ ਨੇ, ਕਦੇ ਵੀ ਡਾਕਟਰ ਨਹੀਂ ਪੂਰੇ ਹੋਏ। ਸਾਡੇ ਇੱਥੇ ਹਸਪੀਟਲ ਦੇ ਵਿੱਚ ਮਸ਼ੀਨਾਂ, ਐਕਸਰੇ, ਸਕੈਨਾਂ ਵਗੈਰਾ ਸਾਰੀਆਂ ਮਸ਼ੀਨਾਂ ਇੱਥੇ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਨਾ ਛੋਟਿਆਂ ਪ੍ਰੋਬਲਮ ਵੇਲੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ। ਕੋਈ ਆਪਰੇਟ ਕਰਵਾਉਣਾ ਹੋਵੇ ਤਾਂ ਇੱਥੇ ਆਪਰੇਟ ਹੋ ਜਾਣ ਹਰ ਗੱਲ ਦਾ ਨਾ, ਤੇ ਆਪਰੇਸ਼ਨ ਵਗੈਰਾ ਫ੍ਰੀ ਹੋਣ। ਜਿੱਥੇ ਵੀ ਕਿਤੇ ਕੋਈ ਸਰਕਾਰੀ ਡਾਕਟਰਾਂ ਦੀ ਜਾਂ ਕਿਤੇ ਕੋਈ ਤਹਿਸੀਲਦਾਰਾਂ ਦੀ, ਪਟਵਾਰੀਆਂ ਦੀ ਜਾਂ ਕੋਈ ਪੁਲਿਸ ਵਾਲਿਆਂ ਦੀ, ਜਿੱਥੇ ਵੀ ਕਿਤੇ ਕੋਈ ਇਹਨਾਂ ਦਾ ਕਮਿਸ਼ਨ ਰੱਖੇ ਹੋਏ ਨੇ, ਕੋਈ ਰਿਸ਼ਵਤਖੋਰੀ ਚੱਲਦੀ ਆ, ਉਹਨੂੰ ਪਹਿਲ ਦੇ ਆਧਾਰ ਤੇ ਬੰਦ ਕਰਾਂਗੇ, ਹਨਾ। ਤੇ ਨੌਜਵਾਨਾਂ ਨੂੰ ਤੇ ਜੋ ਕੋਈ ਰੁਜ਼ਗਾਰ ਭੱਤੇ ਆਉਣਗੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵੀ ਕੋਈ ਨਾ ਕੋਈ ਆਪਦੇ ਪੈਰਾਂ ਤੇ ਖੜੇ ਹੋ ਕੇ ਆਪਦਾ ਰੁਜ਼ਗਾਰ ਪੈਦਾ ਕਰ ਸਕਣ, ਹਨਾ। ਅਸੀਂ ਚਾਹੁੰਦੇ ਹਾਂ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਆਈਏ। ਕਿੰਨਾ ਟਾਈਮ ਪੰਜਾਬ ਦੇ ਵਿੱਚ ਇਹ ਚੱਲੇਗਾ ਵੀ ਸਾਡੇ ਨੌਜਵਾਨ ਪੜ੍ਹਾਈਆਂ ਕਰਨਗੇ, ਪਲੱਸ 2 ਕਰਨਗੇ, 20-30 ਲੱਖ ਰੁਪਈਆ ਲਾ ਕੇ ਆਸਟ੍ਰੇਲੀਆ, ਅਮਰੀਕਾ ਵਗੈਰਾ, ਕੈਨੇਡਾ ਵਗੈਰਾ ਜਾ ਕੇ ਦਿਹਾੜੀਆਂ ਕਰਨਗੇ। ਅਸੀਂ ਚਾਹੁੰਦੇ ਹਾਂ ਪੰਜਾਬ ਨੂੰ ਹੀ ਇੱਕ ਅਸੀਂ ਖੁਸ਼ਹਾਲ ਸੂਬਾ ਬਣਾਈਏ। ਇੱਥੇ ਜਿਹੜੇ ਲੋਕ ਨੇ ਆਪਦੇ ਮਾਂ-ਬਾਪ ਕੋਲ ਰਹਿ ਕੇ, ਹਨਾ, ਆਪਦੇ ਪਰਿਵਾਰ ਦੀ ਤਰੱਕੀ ਕਰਨ ਤੇ ਆਪਣੇ ਪੰਜਾਬ ਦੀ ਤਰੱਕੀ ਹੋਵੇ। ਜਿੱਦਾਂ ਕਿ ਤੁਸੀਂ ਬੜੇ ਵਾਅਦਿਆਂ ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਕਿ ਜਿਹੜੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਜਾਂਦੇ ਨੇ ਰਜਿਸਟਰ ਹੋਣੇ ਚਾਹੀਦੇ ਨੇ, ਜੇ ਅਗਰ ਨਹੀਂ ਕੋਈ ਲਾਗੂ ਹੁੰਦੇ ਤਾਂ ਸਰਕਾਰ ਭੰਗ ਹੋਣੀ ਚਾਹੀਦੀ ਹੈ, ਇਹ ਚੀਜ਼ ਨਾਲ ਸਹਿਮਤੀ ਦਿੰਦੇ ਹੋ? ਇਸ ਗੱਲ ਦੀ ਸਹਿਮਤੀ ਤਾਂ ਮੈਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਜੱਸੀ ਜੀ, ਇਹ ਸਭ ਤੋਂ ਪਹਿਲਾਂ ਮੁੱਦਾ ਹੀ ਭਗਵੰਤ ਮਾਨ ਜੀ ਨੇ ਚੱਕਿਆ ਸੀਗਾ ਵੀ ਜਿੰਨੇ ਵੀ ਹੈਨੇ ਨੇ ਪਾਰਟੀਆਂ ਚੋਣ ਮੈਨੀਫੈਸਟੋ ਰਜਿਸਟਰਡ ਹੋ ਕੇ ਜਿਹੜੀ ਪਾਰਟੀ ਕੋਈ ਉਹਦੇ ਵਿੱਚ ਉਹਨਾਂ ਤੋਂ ਸ਼ਰਤਾਂ ਲਿਖੀਆਂ ਜਾਣ ਵੀ 6 ਮਹੀਨਿਆਂ ਦੇ ਵਿੱਚ ਅਸੀਂ ਆਹ ਵਾਅਦੇ ਪੂਰੇ ਕਰਾਂਗੇ, ਸਾਲ ਬਾਅਦ ਆਹ ਪੂਰੇ ਕਰਾਂਗੇ, 2 ਸਾਲਾਂ ਬਾਅਦ ਆਹ ਪੂਰੇ ਕਰਾਂਗੇ। ਜਦੋਂ ਵਾਅਦੇ ਪੂਰੇ ਨਹੀਂ ਕਰਦੇ ਤਾਂ ਉਹਨਾਂ ਦੀਆਂ ਪਾਰਟੀਆਂ ਨਾਲ ਦੀ ਨਾਲ ਸਸਪੈਂਡ ਹੋਣ, ਤੇ MLA ਵੀ ਸਸਪੈਂਡ ਹੋਣਾ ਚਾਹੀਦਾ, ਤੇ ਉਹ ਮੁੜ ਕੇ ਉਹ MLA ਕਦੇ ਵੀ ਕਿਸੇ ਵੀ ਪਾਰਟੀ ਵੱਲੋਂ ਤੇ ਉਹ ਮੁੜ ਕੇ ਭਾਗ ਨਾ ਲੈ ਸਕੇ ਰਾਜਨੀਤੀ ਦੇ ਵਿੱਚ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਤੇ ਕੀ ਜਾਂਦੇ ਹੁੰਦੇ, ਕੀ ਤੁਸੀਂ ਮੈਸੇਜ ਆ ਕੋਈ ਸੁਨੇਹਾ? ਤੇ ਸੁਨੇਹਾ ਤਾਂ ਜੱਸੀ ਜੀ ਇਹੀ ਆ ਵੀ ਇਸ ਵਾਰ ਜਦੋਂ ਪਿੰਡਾਂ 'ਚ ਜਾਂਦੇ ਆ, ਸ਼ਹਿਰਾਂ 'ਚ ਜਾਂਦੇ ਆ, ਤਾਂ ਲੋਕ ਇੱਕੋ ਹੀ ਗੱਲ ਕਹਿੰਦੇ ਨੇ ਵੀ ਸਾਡਾ ਮੁਕਾਬਲਾ, ਭਗਵੰਤ ਮਾਨ ਦਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈਗਾ, ਨਾ ਅਕਾਲੀਆਂ ਨਾਲ, ਨਾ ਕਾਂਗਰਸੀਆਂ ਨਾਲ, ਨਾ ਕਿਸੇ ਹੋਰ ਪਾਰਟੀ ਨਾਲ। ਵੀ ਇਸ ਵਾਰ ਮਾਨ ਸਾਹਿਬ ਦਾ ਮੁਕਾਬਲਾ ਆਪਣੇ ਆਪ ਨਾਲ ਆ। ਉਹ ਆਪਣੇ ਆਪ ਨਾਲ ਕਿੱਦਾਂ ਵੀ ਪਿਛਲੀ ਵਾਰ 2014 ਵੇਲੇ 70% ਲੋਕਾਂ ਨੇ ਵੋਟਾਂ ਕੱਢੀਆਂ ਸੀ ਆਪੋ ਆਪਣੇ ਵਾਰਡਾਂ ਬੂਥਾਂ ਦੇ ਪਿੰਡਾਂ ਦੇ ਵਿੱਚੋਂ, ਤੇ 2019 ਵੇਲੇ ਉਹਨਾਂ ਨੇ 80% ਦੇ ਕਰੀਬ ਕੱਢੀਆਂ ਨੇ। ਤੇ ਇਸ ਵਾਰ ਜੋ ਉਹਨਾਂ ਨੂੰ ਲੱਗ ਰਿਹਾ ਵੀ ਅਸੀਂ 90 ਤੋਂ 95% ਵੋਟਾਂ ਅਸੀਂ ਆਪੋ ਆਪਣੇ ਬੂਥਾਂ ਦੇ ਉੱਤੇ ਕੱਢ ਕੇ ਅਸੀਂ ਇੱਕ ਰਿਕਾਰਡ ਪੈਦਾ ਕਰ ਦੇਣਾ ਇੰਡੀਆ ਦੇ ਵਿੱਚ, ਹੈ ਨਾ। ਵੀ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦੇਣੀਆਂ ਨੇ। ਹੁਣ ਜਿਹੜੀਆਂ ਗੱਲਾਂ ਕਰਦੇ ਨੇ, ਹੈ ਨਾ, ਵੀ ਅਸੀਂ ਸਾਲਾਂ ਚੁਕਾ ਦਾਂਗੇ, ਅਸੀਂ ਪੁੱਛਾਂ ਚੁਕਾ ਦਾਂਗੇ, ਹੈ ਨਾ, ਇਹ ਬਹੁਤ ਛੋਟੀ ਸੋਚ ਦੀ ਰਾਜਨੀਤੀ ਕਰ ਰਹੇ ਨੇ ਵਿਰੋਧੀ। ਅਸੀਂ ਚਾਹੁੰਦੇ ਵੀ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਕਮੁੱਠ ਹੋ ਕੇ ਰਹਿਣਾ ਚਾਹੀਦਾ, ਮੁੱਦਿਆਂ ਦੀ ਰਾਜਨੀਤੀ ਕਰੀਏ, ਨਾ ਕਿ ਆਪਾਂ ਛੋਟੀਆਂ ਗੱਲਾਂ ਕਰਕੇ ਕੋਈ ਪਰਿਵਾਰਵਾਦ ਦੇ ਉੱਪਰ ਆਪਾਂ ਚਿੱਕੜ ਹਸਾ ਲਈਏ। ਇਹੀ ਮੇਰੀ ਲੋਕਾਂ ਨੂੰ ਗੁਜ਼ਾਰਿਸ਼ ਆ ਵੀ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਆਪਾਂ ਸਾਰੇ ਜਾਣੇ ਭਾਈਚਾਰੇ ਵਿੱਚ ਹੀ ਰਹੀਏ, ਨਾ ਕਿ ਆਪਾਂ ਇੱਕ ਦੂਜੇ ਨਾਲ ਕੋਈ ਵੈਰ ਵਿਰੋਧ ਪਾਈਏ। ਧੰਨਵਾਦ ਸਰ। ਹਾਂ, ਥੈਂਕ ਯੂ ਜੀ। ਬਿਲਕੁਲ, ਇਹ ਸਨ ਸਾਡੇ ਨਾਲ ਜੀ ਪੁੰਨੂ ਕਾਤਰੋਂ ਜੀ। ਕਹਿ ਸਕਦੇ ਆ ਕਿ ਸਿਆਸਤ ਆ ਜਿਹੜੀ ਕਿ ਲਗਾਤਾਰ ਚੋਣ ਪ੍ਰਚਾਰ ਵੀ ਕੀਤਾ ਜਾਂਦਾ। ਸਾਨੂੰ ਤੁਸੀਂ ਵੀ ਆਪਣੇ ਜਿਹੜੇ ਸੁਝਾਅ ਰੁਝਾਨ ਦਿਓ, ਜ਼ਰੂਰ ਦਿਓ ਕਿ ਤੁਹਾਡਾ ਆਗੂ, ਤੁਹਾਡਾ ਲੀਡਰ ਕੌਣ। ਬਣੇ ਰਹੋ ਸਾਡੇ ਨਾਲ, ਵੇਖਦੇ ਰਹੋ ਬਾਈ ਜੀ TV।